ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਹੋ ਕੇ ਸਤਿਗੁਰਾਂ ਦੀ ਗੁਰਬਾਣੀ ਨੂੰ ਜਦੋਂ ਅਸੀਂ ਸਰਵਣ ਕਰਦੇ ਹਾਂ ਤੇ ਸਤਿਗੁਰਾਂ ਦੀ ਗੁਰਬਾਣੀ ਦੇ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਜੋ ਮੂਲ ਮੰਤਰ ਔਰ ਗੁਰਮੰਤਰ ਸਤਿਗੁਰੂ ਬਖਸ਼ਿਸ਼ ਕਰਦੇ ਆ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਤੋਂ ਲਿਆ ਕੇ ਜੋ ਸਾਨੂੰ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਸ਼ੁਭ ਆਰੰਭਤਾ ਦੇ ਵਿੱਚ ਇਹ ਮੰਗਲਾਚਰਨ ਰੂਪ ਦੇ ਵਿੱਚ ਲਾਇਆ ਹੈ। ਇਹ ਗੁਰਮੰਤਰ ਔਰ ਮੂਲ ਮੰਤਰ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਹੈ ਕਿ ਭਾਈ ਇਹ ਪਰਮ ਪਿਤਾ ਪਰਮਾਤਮਾ ਦੇ ਇਹ ਗੁਣ ਹੈ, ਜੇ ਤੂੰ ਇਹਨਾਂ ਨੂੰ ਜਪ ਕਰੇਗਾ ਤੇ ਤੇਰਾ ਜੀਵਨ ਜਿਹੜਾ ਹੈ ਸਫਲ ਹੋ ਜਾਏਗਾ। ਤੇਰਾ ਜੀਵਨ ਜਿਹੜਾ ਇੱਥੇ ਜੱਗ ਦੇ ਵਿੱਚ ਆਇਆ ਜਿਹੜਾ ਹੈ ਉਹ ਸਫਲ ਹੋ ਜਾਏਗਾ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹੈ ਇੱਕ ਓੰਕਾਰ, ਉਹ ਪਰਮ ਪਿਤਾ ਪਰਮਾਤਮਾ ਜੋ ਅਦ੍ਰਿਸ਼ਟ ਹੈ, ਜਿਸ ਨੂੰ ਅਸੀਂ ਕਦੇ ਦੇਖਿਆ ਨਹੀਂ, ਪਰ ਉਸ ਦੇ ਕੁਝ ਗੁਣ ਹੈ। ਕੀ ਗੁਣ ਹੈ? ਇੱਕ ਓੰਕਾਰ, ਉਹ ਇੱਕ ਪਰਮ ਪਿਤਾ ਪਰਮਾਤਮਾ ਹੈ, ਉਸ ਦਾ ਨਾਮ ਇੱਕ ਓੰਕਾਰ ਹੈ। ਉਸ ਨੂੰ ਸਤਨਾਮ ਵੀ ਕਿਹਾ ਜਾਂਦਾ, ਉਸ ਦਾ ਨਾਮ ਵੀ ਸਤ ਹੈ, ਉਹ ਆਪ ਵੀ ਸਤ ਹੈ। ਸਤਨਾਮ ਕਰਤਾ ਪੁਰਖ, ਉਹ ਕਰਤਾ ਪੁਰਖ ਵੀ ਹੈ ਸਾਰੀ ਸ੍ਰਿਸ਼ਟੀ ਦਾ। ਸਾਰੀ ਸ੍ਰਿਸ਼ਟੀ ਨੂੰ ਉਸਨੇ, ਸਾਰੇ ਜੀਵਾਂ ਨੂੰ, ਸਾਰੀ ਧਰਤੀ ਨੂੰ, ਸਾਰੀ ਬ੍ਰਹਿਮੰਡ ਨੂੰ, ਸਾਰੇ ਪੇੜ ਪੌਦਿਆਂ ਨੂੰ, ਸਾਰੀ ਬਨਸਪਤੀ ਨੂੰ, ਸਾਰੇ ਚੰਦ ਸੂਰਜ, ਦਿਨ ਰਾਤ, ਜਲ ਅਗਨ ਔਰ ਪਾਣੀ ਹਵਾ ਔਰ ਅਗਨ ਨੂੰ ਵੀ ਉਸਨੇ ਬਣਾਇਆ, ਔਰ ਸਾਡੀਆਂ ਰੂਹਾਂ ਨੂੰ ਵੀ ਉਸਨੇ ਬਣਾ ਕੇ ਸਾਡੇ ਸਰੀਰਾਂ ਦੇ ਵਿੱਚ, ਸਾਡੇ ਇਹ ਘਰ ਦੇ ਵਿੱਚ, ਸਾਡੀ ਘਰ ਦੇ ਵਿੱਚ ਬਿਰਾਜਮਾਨ ਕਰਕੇ ਇਸ ਸੰਸਾਰ ਦੇ ਵਿੱਚ ਭੇਜਿਆ। ਤੋ ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਕਿ ਇਸ ਦੇ ਗੁਣ ਹੈ ਭਾਈ, ਇਹ ਕਰਤਾ ਪੁਰਖ ਵੀ ਹੈ, ਨਿਰਭਉ, ਇਹ ਨਿਰਭਉ ਵੀ ਹੈ, ਨਾ ਕਿਸੇ ਨੂੰ ਭੈ ਦਿੰਦਾ ਹੈ, ਨਾ ਆਪ ਭੈ ਕਿਸੇ ਤੋਂ ਖਾਂਦਾ ਹੈ। ਨਿਰਵੈਰ, ਇਹ ਨਿਰਵੈਰ ਵੀ ਹੈ, ਨਾ ਕਿਸੇ ਨਾਲ ਵੈਰ ਕਰਦਾ ਹੈ, ਨਾ ਕੋਈ ਇਸ ਨਾਲ ਵੈਰ ਕਰ ਸਕਦਾ ਹੈ। ਅਕਾਲ ਮੂਰਤ, ਇਹ ਕਾਲ ਤੋਂ ਰਹਿਤ ਅਕਾਲ ਮੂਰਤ ਵੀ ਹੈ, ਭਾਵ ਇੱਕ ਸਰੂਪ ਵੀ ਹੈ। ਸਰੂਪ ਹੁਣ ਕੀ ਹੈ ਕਿ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਸ਼ਬਦ ਗੁਰੂ ਕਰਕੇ ਮੰਨਦੇ ਹਾਂ, ਜਾਂ ਪ੍ਰਕਾਸ਼ ਰੂਪ ਜੋਤ ਸਰੂਪ ਪਰਮ ਪਿਤਾ ਪਰਮਾਤਮਾ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਕਰਕੇ ਇਹ ਸਰੂਪ ਜਿਹੜੇ ਆ ਪਰਮਾਤਮਾ ਦੇ ਸਰੂਪ ਵੀ ਹੈ। ਵੈਸੇ ਪਰਮਾਤਮਾ ਦ੍ਰਿਸ਼ਟ ਹੈ, ਪਰ ਅਨੁਭਵ ਸਰੂਪ ਜਿਹੜੇ ਹੈ ਸਾਨੂੰ ਦਰਸਦਾਰੇ ਹੁੰਦੇ ਆ, ਉਹ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹੈ, ਜੇ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ। ਪਰਮਾਤਮਾ ਦਾ ਦਰਸ ਹੁੰਦਾ ਹੈ, ਜਿਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਸਿਮਰਨ ਕਰਿਆ ਉਸ ਪਰਮ ਪਿਤਾ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ। ਉਹਦੇ ਨਾਲ ਸਾਡੇ ਸਾਰੇ, ਉਸ ਨਾਮ ਸਿਮਰਨ ਦੇ ਕੀਤਿਆਂ ਸਾਡੇ ਸਾਰੇ ਦੁੱਖ ਕਲੇਸ਼ ਕਲਾ ਰੋਗ ਜੋ ਕਸ਼ਟ ਹੈ ਉਹ ਸਭ ਮਿਟ ਜਾਂਦੇ ਆ। ਤੇ ਇਸ ਕਰਕੇ ਹੀ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਪਈ ਇਹ ਪਰਮ ਪਿਤਾ ਪਰਮਾਤਮਾ ਦੇ ਇਹ ਗੁਣ ਹੈ। ਕਰਤਾ ਪੁਰਖ ਵੀ ਹੈ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਜੂਨੀਆਂ ਤੋਂ ਵੀ ਰਹਿਤ ਹੈ, ਕਿਸੇ ਜੂਨੀ ਦੇ ਵਿੱਚ ਨਹੀਂ ਆਉਂਦਾ। ਇਹ ਅਬਨਾਸੀ ਹੈ, ਇਹ ਅਕਾਲ ਹੈ, ਅਕਾਲ ਤੋਂ ਰਹਿਤ ਹੈ, ਇਹਨੂੰ ਮ੍ਰਿਤੂ ਨਹੀਂ ਹੁੰਦੀ, ਇਹ ਨਾ ਜਨਮਦਾ ਹੈ ਨਾ ਇਹ ਮਰਦਾ ਹੈ, ਇਹ ਸਦਾ ਸੰਸਰ ਇੱਕ ਰਸ ਰਹਿੰਦਾ ਹੈ। ਅਜੂਨੀ ਸਹਿਬ ਭੰਗ ਗੁਰ ਪ੍ਰਸਾਦ, ਸਭ
ਵਸਤੂ, ਸਭ ਜੋਨੀਆਂ ਨੂੰ, ਸਭ ਸ੍ਰਿਸ਼ਟੀ ਨੂੰ ਭੰਗ ਕਰਨ ਵਾਲਾ ਵੀ ਇਹ ਕਰਤਾ ਪੁਰਖ ਹੈ। ਪਰ ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਹੈ ਕਿ ਆਦ ਸੱਚ, ਜੋ ਸਦਾ ਸੱਚ ਰਹਿਣ ਵਾਲਾ ਹੈ, ਜੁਗਾਦ ਸੱਚ, ਜੁਗਾਂ ਜੁਗਾਂ ਦੇ ਵਿੱਚ ਵੀ ਇਹ ਸੱਚ ਸੀ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਹੁਣ ਭੀ ਸੱਚ ਹੈ, ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਸੀ ਭੀ ਸੱਚ। ਤੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਇਸ ਦੇ ਨਾਮ ਸਿਮਰਨ ਕਰਿਆ, ਗੁਰ ਮੰਤਰ ਦੇ ਸਿਮਰਨ ਕਰਿਆ, ਮੂਲ ਮੰਤਰ ਦੇ ਸਿਮਰਨ ਕਰਿਆ, ਬੀਜ ਮੰਤਰ ਦੇ ਗੁਰ ਮੰਤਰ ਵਾਹਿਗੁਰੂ ਨਾਮ ਦੇ ਸਿਮਰਨ ਕਰਿਆ ਵੀ ਜਿਹੜਾ ਹੈ ਇਹ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਗੁਰੂ ਸਾਹਿਬ ਨੇ ਕਿਹਾ ਹੈ ਭਈ ਜਿਹੜੇ ਨਾਮ ਸਿਮਰਨ ਕਰਦੇ ਆ ਉਹਨਾਂ ਨੂੰ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਂਦੇ ਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਮੁਖ ਪਿਆਰਿਆਂ ਦੇ ਮੁਖ ਉਜਲ ਹੋ ਜਾਂਦੇ ਆ। ਉਹ ਪਰਮਪਿਤਾ ਪਰਮਾਤਮਾ ਦਾ ਤੇਜ ਜਿਹੜਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ, ਨਿਸ਼ਾਨ ਜਿਹੜਾ ਹੈ ਪਰਮਪਿਤਾ ਪਰਮਾਤਮਾ ਦਾ ਉਹਨਾਂ ਦੇ ਮੁਖ ਦੇ ਉੱਤੇ ਲੱਗ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਦੇ ਪਿਆਰੇ ਹੋ ਕੇ ਪਰਮਾਤਮਾ ਦੇ ਦੁਆਰੇ ਦੇ ਉੱਤੇ ਸੱਚਖੰਡ ਦੇ ਵਿੱਚ ਉਸ ਜੋਤ ਦੇ ਵਿੱਚ ਅਭੇਦ ਹੋ ਜਾਂਦੇ ਹੈ। ਇਹ ਸਾਡੀ ਆਤਮਾ ਦੀ ਜੋਤੀ ਜਿਹੜੀ ਹੈ ਪਰਮਾਤਮਾ ਦੀ ਜੋਤ ਦੇ ਵਿੱਚ ਮਿਲਣ ਕਰ ਲੈਂਦੀ ਹੈ। ਸਾਨੂੰ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਮਿਲਣ ਪ੍ਰਾਪਤ ਹੋ ਜਾਂਦਾ ਹੈ, ਜੇ ਸਾਡੇ ਮਨ ਦੇ ਵਿੱਚ ਪ੍ਰਭ ਮਿਲਣੇ ਦਾ ਚਾਓ ਹੋਵੇ। ਤੇ ਗੁਰੂ ਸਾਹਿਬ ਨੇ ਕਿਹਾ ਜਿਨੀ ਨਾਮ ਧਿਆਇਆ, ਤੇ ਅਸੀਂ ਨਾਮ ਕੀ ਧਿਆਉਣਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਵੀ ਮੂਲ ਮੰਤਰ ਵੀ ਜਿਹੜਾ ਹੈ, ਗੁਰ ਮੰਤਰ ਵੀ ਜਿਹੜਾ ਹੈ, ਉਹ ਸਾਰੀ ਗੁਰਬਾਣੀ ਜਿਹੜੀ ਹੈ ਉਹ ਵੀ ਨਾਮ ਹੈ, ਸ਼ਬਦ ਗੁਰੂ ਹੈ ਇਹ। ਪਰ ਸ਼ਬਦ ਗੁਰੂ ਵਾਹਿਗੁਰੂ ਪੰਜ ਪਿਆਰੇ ਵੀ ਸਾਨੂੰ ਸ਼ਬਦ ਗੁਰੂ ਰੂਪ ਦੇ ਵਿੱਚ ਵਾਹਿਗੁਰੂ ਨਾਮ ਦਾ ਵੀ ਬੀਜ ਮੰਤਰ ਜੋ ਗੁਰ ਮੰਤਰ ਹੈ ਉਹ ਬਖਸ਼ਦੇ ਆ। ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰੋ ਭਾਈ। ਤੇ ਉਹ ਕਰਨ ਦਾ ਤਰੀਕਾ ਕੀ ਹੈ? ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਭਾਵ ਸਾਸ ਗਰਾਸ ਗੁਰੂ ਸਾਹਿਬ ਨੇ ਸਾਨੂੰ ਇਹ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ, ਤਾਂ ਹੀ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਾਸ ਕੀ ਹੁੰਦਾ ਹੈ ਕਿ ਜਦੋਂ ਤਾਜ਼ੀ ਹਵਾ ਸਾਡੀ ਬਾਹਰਲੇ ਪਾਸਿਓਂ ਪਵਨ ਜੋ ਹੈ, ਪਵਨ ਗੁਰੂ ਹੈ ਸਾਡੀ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਪਵਨ ਗੁਰੂ ਪਾਣੀ ਪਿਤਾ। ਇਹ ਪਵਨ ਗੁਰੂ ਜਿਹੜਾ ਜਦੋਂ ਸਾਡੇ ਅੰਦਰ ਜਾਂਦਾ ਹੈ ਨਾ, ਇਹ ਪਵਨ ਹੀ ਸਾਸ ਹੈ, ਪਵਨ ਹੀ ਪ੍ਰਾਣ ਹੈ। ਇਸੇ ਦੇ ਨਾਲ ਹੀ ਜਿੰਨੀ ਬਖਸ਼ਿਸ਼ ਪਰਮਾਤਮਾ ਨੇ ਸਾਨੂੰ ਦਿੱਤੀ ਹੋਈ ਹੈ, ਇਹਨਾਂ ਚਿਰ ਹੀ ਸਾਡਾ ਜੀਵਨ ਇਹਨਾਂ ਸਾਸਾਂ ਦੀ ਪੂੰਜੀ ਦੇ ਨਾਲ ਚੱਲਦਾ ਹੈ। ਵਰਨਾ ਕਿ ਇਹ ਜਿਹੜਾ ਹੈ, ਇਹ ਸਰੀਰ ਜਿਹੜਾ ਹੈ, ਇਹ ਦੇਹ ਜਿਹੜੀ ਹੈ, ਇਹ ਇੱਕ ਮ੍ਰਿਤ ਬੋਡੀ ਹੋ ਜਾਂਦੀ ਹੈ, ਇਹ ਕਿਸੇ ਕੰਮ ਦੀ ਨਹੀਂ ਰਹਿੰਦੀ। ਆਤਮਾ ਜਦੋਂ ਇਸ ਸੰਸਾਰ ਤੋਂ ਚਲੀ ਜਾਂਦੀ ਹੈ, ਇਸ ਰੂਹ ਦੇ ਵਿੱਚੋਂ ਚਲੀ ਜਾਂਦੀ ਹੈ, ਇਹ ਬੇਕਾਰ ਹੈ, ਕਿਸੇ ਕੰਮ ਨਹੀਂ ਆਉਂਦੀ। ਸੰਸਾਰ ਦੇ ਵਿੱਚ ਮਿੱਟੀ ਜਿਹੜੀ ਹੈ, ਮਿੱਟੀ ਹੋ ਕੇ ਮਿੱਟੀ ਦੇ ਵਿੱਚ ਰਲ ਜਾਂਦੀ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਭਾਈ ਨਾਮ ਸਿਮਰਨ ਕਰੋ, ਵਾਹਿਗੁਰੂ ਨਾਮ ਸਿਮਰਨ ਕਰੋ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਜੇ ਸਿਮਰਤ ਸੰਕਟ ਮਿਟਾਏ, ਦਰਸ ਤੁਹਾਰੋ ਹੋਏ। ਨਾਲੇ ਉਸ ਪਰਮਪਿਤਾ ਪਰਮਾਤਮਾ ਦਾ ਦਰਸ਼ਨ ਵੀ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਪ੍ਰਤੱਖ ਦਰਸ਼ਨ ਪਰਮਾਤਮਾ ਦੀ ਜੋਤ ਸਰੂਪ ਦਾ ਸਾਨੂੰ ਦਰਸ਼ਨ ਪ੍ਰਾਪਤ ਹੁੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਸੁੱਖ ਤਾਂ ਹੀ ਪ੍ਰਾਪਤ ਹੁੰਦਾ ਭਾਈ ਜੇ ਅਸੀਂ ਸਹਿਜ ਦੇ ਨਾਲ ਇਸ ਬਾਣੀ ਦਾ ਸਿਮਰਨ ਕਰੀਏ, ਆਪਣੇ ਚੇਤੇ ਦੇ ਵਿੱਚ, ਆਪਣੇ ਮਨ ਦੇ ਵਿੱਚ ਇਸ ਬਾਣੀ ਨੂੰ ਵਸਾ ਲਈਏ, ਉਸ ਪਰਮਪਿਤਾ ਪਰਮਾਤਮਾ ਦੇ ਸਰੂਪ ਨੂੰ ਵਸਾ ਲਈਏ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਫਿਰ ਪਰਮਪਿਤਾ ਪਰਮਾਤਮਾ ਦੀ ਸਾਨੂੰ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਕਿ ਮਨ ਮੇਰੇ, ਹੇ ਮੇਰੇ ਮਨ, ਸੁਖ ਸਹਿਜ ਸੇਤੀ ਜਪ ਨਾਉ। ਸੁਖ ਮਤਲਬ ਸ਼ਾਂਤ ਹੋ ਕੇ, ਸਹਿਜ ਸੁਭਾਅ ਦੇ ਵਿੱਚ ਹੋ ਕੇ, ਸੰਸਾਰ ਦੇ ਕੰਮਾਂ ਧੰਦਿਆਂ ਤੋਂ ਵਿਸਾਰਾ ਕਰਕੇ ਸੁਖ ਦੇ ਵਿੱਚ ਆ ਕੇ, ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਸਹਿਜ ਅਵਸਥਾ ਦੇ ਵਿੱਚ ਵਾਹਿਗੁਰੂ ਨਾਮ ਸਿਮਰਨ ਕਰੋ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
गुरु। ये हुण की है कि आम मनमुख जिहड़े लोग है ना, वो जदों वाहिगुरू बोलते हैं, क्योंकि उन्हां कोल जोगत नहीं हुंदी, वो अपनी मर्जी नाल वाहिगुरू बोलते हैं। और उदों जदों वाहिगुरू वाहिगुरू करते हैं ना, तो गुरु साहब कहते हैं कि ये वाहिगुरू किया होया फलदा नहीं है। कबीर साहब ने, गुरु साहब ने भी सानू बख्शिश की है, राम राम करता सब जग फिरै, राम न पाया जाए। राम राम सारा जग करी जाता है, पर राम जिहड़ा है वो इस तरह नहीं पाया जाता। वाहिगुरू करिया, राम करिया, अल्लाह करिया, या हरि हरि करिया, या सतनाम करिया, कया वाहिगुरू जिहड़ा है वो इस तरह नहीं प्राप्त होंदा। एक जुगत प्राप्त करनी पैंदी है। और जुगत दे नाल गुरु साहब कहते हैं, जुगत की है भाई, मन मेरे सुख सहज सेती जपनाओ। फिर गुरु साहब कहते हैं, जिस सिमरत सुख होवे कणा, दुख दर्द न मूले होए। जिहदे सिमरन करिया, नाम चेते करिया, मन दे विच चित्त दे विच चेते वसाया। ये एक असी मन जिहड़ा है, मन तू जोत स्वरूप है, अपना मूल पछाण गुरु साहब ने सानू बख्शिश की हुई है इस शब्द दी। और असी मूल नू पछाणना, मन है की चीज़ है। मन जदों तां इह संसार दे विच खचत हो जाता है, मन संसारी रंगां दे विच रच जाता है, उदों ये मन का स्वरूप हो जाता है। संसार की माया की मार दे विच पै के ये मन बन जाता है। मर्जी के मुताबिक ये अपने कर्म करता है, फिर इस करके इसनूं मन मर्जी के मुताबिक काम करन की वजह करके इनू मन मुख कहते हैं। इस मन के मनण वाले बंदे नूं मनमुख कहा जाता है। और मन दे जिस तरह कंप्यूटर हुंदा है ना, कंप्यूटर के कई हिस्से है, स्क्रीन भी है, कीबोर्ड भी है, माउस भी है, होर भी है कई हिस्से। इस तरह ये मन जिहड़ा है ना, साडी जोत का ही एक स्वरूप, उहनूं असीं चित्त कहने हैं। वो चित्त मन की ही गहराई वाले अंदरले हिस्से नूं चित्त कहा जाता। जदों असीं परमात्मा के नाम नूं जां किसी भी चीज़ नूं जां किसी भी वस्तु नूं जां किसी भी गल नूं असीं जदों दृढ़ कर लें, पक्की कर लें, चेते कर लें, चित्त दे विच वसा लें, उस थां ते जिथे जाके वो टिकदा उहनूं चित्त कहा जाता है। मन का एक ऐसा हिस्सा है कि जिहड़ा वो चित्त बन जाता। जदों असीं परमात्मा नूं चेते करते हैं और चेते दे विच टिका लें, मन दे विच टिका लें, उदों वो मन ही साडा चित्त स्वरूप हो जाता है। मन नूं हिरदा कहा जाता है। हिरदा मतलब जिहड़ा मन परमात्मा का नाम सिमरन करता होया पंज दूतां नूं, अवगुणां नूं, पापां नूं, मन की मैल नूं नाम सिमरन करके ला देवे, हिर के पापां नूं हिर के, अवगुणां नूं हिर के दाह कर देवे, अग्नि दे विच दाह कर देवे। नाम की अग्नि जिहड़ी है, नाम अमृत जिहड़ा है, वो ये पापां दी अग्नि नूं, माया दे अग्नि नूं जिहड़ा है ये जला के रख दिंदा है, दाह कर दिंदा है। इस करके इस दा नाम हिरदा बन जाता है। जदों ये अग्नि सारे पाप अवगुण सारे साडे जिन्ने भी मैल हुंदी है, पलीत हुंदे आ कर्म जिहड़े साडे, वो जदों दाह हो जाते हैं उदों मन साडा निर्मल हो जाता है। और जदों मन साडा निर्मल हो जाता है उदों ये जोत जिहड़ी साडी परम पिता परमात्मा की जोत वज्र कपाट बंद करके 10वें द्वार दे विच कुछ समय वास्ते विराजमान हो गई सी। और साडे मन नूं खुला छड्ड दिता सी कि तू जे अपनी मन मर्जी करनी है तो तू अपनी मन मर्जी करी रख, जिवें तेरी मर्जी है, जो करेगा सो भोगेगा, जो बीजेगा उही खावेगा, जेहा बीजै सो लुणा है, कर्मा संदड़ा खेत। ये तेरा जीवन, ये तेरी जन्म जिहड़ा तैनूं दिता है, ये कर्मां दे उत्ते आधारित है। और जो बीजेगा उसका फल तैनूं भोगना पवेगा।
इस तरह के नाल गुरु साहब सानू बख्शिश करते हैं। हुण गल ये है कि ये मन दे विच जदों असीं चित्त दे विच चेते दे विच उस परम पिता परमात्मा दे स्वरूप नूं, जोत स्वरूप नूं, शब्द स्वरूप नूं जदों असीं चेते दे विच करदे हां, मूल नूं, मंत्र नूं या गुर मंत्र नूं या वाहिगुरू मंत्र नूं, वाहिगुरू 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 सहज नाल करते हैं। कई बारी कई देखिया कि बहुत गुरमुख प्यारे अपने वालों तो बहुत जोर लाउंदे और बड़ी उच्ची नाल, उच्ची आवाज़ नाल, और इस आवाज़ नाल कि वो आवाज़ जिहड़ी है कि वो एक संसारी आवाज़ बन जाती है, ना कि परमात्मा की सहज दे विच शरण दे विच सुख वाली आवाज़ हुंदी आ। वो संसारी बन जाती है। सिर्फ उन्होंने एक दूजे नाल दिखावा होंदा है कि फलाना उच्ची बोलता, मैं भी उस तो उच्ची बोलूँगा, मैं भी उस तो उच्ची बोलूँगा। उच्ची बोलन नाल वाहिगुरू नहीं मिलता। गुरु साहब कहते हैं, ये गुरु साहब की बख्शिश है कि राम राम करता सब जग फिरै। राम दा नाम जिहड़ा है वो तो सहज नाल ही असी सिमरन करिए तो फिर गुरु साहब कहते हैं कि जदों साडे मन दे विच वस जावे ना, मन दे विच किवें वसेगा कि आधारहीन अपने मन मर्जी के मुताबिक जपिया होया नाम भी जिहड़ा है वो काम नहीं करेगा। किवें करेगा काम? कहते राम नाम उर मैं गयो। ये राम नाम नूं, परमात्मा के नाम नूं जदों असीं सहज नाल सिमरन कीता और ये साडे हिरदे दे विच, और कहंदे आ हिरदे नूं, और कहंदे आ मन नूं, ਇਹਦੇ ਵਿੱਚ ਜਦੋਂ ਸਮਾ ਜਾਏਗਾ ना, ਜਦੋਂ ਇਸ ने पकड़ कर ली है राम नाम दी, राम नाम उर मैं गयो, और ने ग्रहण कर लिया, पकड़ कर लिया। हिरदे ने, कालजे ने, साडे ने, दिल ने, साडे मन ने इस नाम नूं पकड़ कर ली है और ये हुण वसारा नहीं करता, हुण हमेशा ये चेते दे विच रहिंदा। जिवें एक करंट वाली तार नूं, दो तारां नूं जदों असीं जोड़दे हैं ना तो वो जुड़ जांदियां, जदों पक्के रूप दे विच जुड़ जांदियां ते उदों स्पार्किंग नहीं करदियां ते फिर वो बिजली जिहड़ी है वो अपने आप ही चलायमान हुंदी रहिंदी है। इसे तरह ही जदों मन साडा परमात्मा दे नाम नूं ग्रहण कर लैंदा है, उदों ये नाम जिहड़ा साडे अंतर हिरदे दे विच अपने आप चलना शुरू हो जाता है। इस तरह गुरु साहब कहते जाके सम नहीं कोए। इस तरह परमात्मा का नाम सिमरन करया जड़ा ना, उस दे बराबर कोई भी चीज़ नहीं है। तो फिर गुरु साहब होर की बख्शदे है, जे सिमरत संकट मिटै दर्श तुहारो होए। जिहदे सिमरन कीतियां, जिस परमात्मा का नाम असीं लैने हैं वो परमात्मा अदृष्ट है, पर उसका नाम जिहड़ा है वह जो असीं सिमरन करते हैं ना, उस दे सानू दर्शदारे हो जाते हैं। गुरु साहब ये बख्शिश करते हैं। तो इस तरह के नाल जदों असीं ये सोचते हैं कि असीं जिन्ना ज़्यादा उच्ची बोलांगे, देखो जप जाप सिमरन अनहद धुन सहज धुन परम पद जीवत पदवी अमरा पद और फिर परमात्मा के नाल मिलन हो के कवल्या मोक्ष की प्राप्ति हो जाती है। ये अवस्था है गुरमुखां दे नाम सिमरन करन दी। ते नाम सिमरन सहज दे नाल करना ही फलदा है, फिर ही परमात्मा की प्राप्ति होंदी है। बहुत संगतां नूं असीं देखदे हां गुरमुख प्यारिਆਂ ਨੂੰ कि वो एक दूजे के उत्तों की वध चढ़ के वो दूजे नूं वेखदे आ, ਉਹਦੇ ਤੋਂ ਉੱਚਾ होर बोलदे आ, ਉਹਦੇ ਤੋਂ ਉੱਚਾ होर बोलदे आ, होर ਉੱਚਾ बोलदे आ, होर ਉੱਚਾ बोलदे आ, ते ਉਹਦੇ 'ਚ ਜਿਹੜਾ रस ਜਿਹੜਾ ਹੁੰਦਾ ना वो विगड़ जाता, वो बेरसा हो जाता। तो कबीर साहब एक थोड़ा जिहा सानूं इशारा दिंदे आ भी नाम सिमरन करना चाहिए तो किवें करना चाहिए। कबीर साहब कहते कबीर मारे बहुत पुकारिया, पीर पुकारे और लागी चोट मरम की, रयो कबीरा ठौर। कबीर साहब कहते हैं कि किसी नूं मार गए असीं, माड़ा बंदा होवे, कहते कि वो बहुत पुकार करता, बहुत चीख चहड़ा करता है, बड़ा रौला पाउंदा उच्ची उच्ची, और किसी नूं सददा हुंदा हो कि मेरी सहायता करो,
ਤੇ ਅਸੀਂ ਵੀ ਜਦੋਂ ਨਾਮ ਸਿਮਰਨ ਕਰਦੇ ਹਾਂ ਨਾ, ਅਸੀਂ ਵੀ ਪਰਮਾਤਮਾ ਨੂੰ ਸਾਧਦੇ ਹੁੰਦੇ ਹਾਂ ਕਿ ਸਾਡੀ ਆ ਕੇ ਸਹਾਇਤਾ ਕਰੋ, ਸਾਡੇ ਅੰਗ ਸੰਗ ਹੋ ਕੇ ਸਾਡੇ ਹਿਰਦੇ ਦੇ ਵਿੱਚ ਵਸੋ, ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਸਾਨੂੰ ਸੁੱਖਾਂ ਦੀ ਬਖਸ਼ਿਸ਼ ਕਰੋ, ਪਰਮਾਨੰਦ ਦੀ ਬਖਸ਼ਿਸ਼ ਕਰੋ। ਹੇ ਪਰਮਪਿਤਾ ਪਰਮਾਤਮਾ, ਆਪਣੇ ਅੰਮ੍ਰਿਤ ਰਸ ਦੀ ਬਖਸ਼ਿਸ਼ ਕਰੋ। ਇਹ ਅਸੀਂ ਪੁਕਾਰ ਕਰਦੇ ਹਾਂ। ਪਰ ਇਹ ਕਬੀਰ ਸਾਹਿਬ ਹੁਣ ਕਹਿੰਦੇ ਆ ਕਿ ਬਹੁਤ ਪੁਕਾਰਿਆ ਜਿਹੜਾ ਹੈ ਨਾ, ਮਾੜਾ ਬੰਦਾ ਮਾਰੇ ਤੋਂ ਪੁਕਾਰਿਆ ਹੋਇਆ ਜਿਹੜਾ ਨਾ, ਉਹ ਬੇਰਸਾ ਹੋ ਜਾਂਦਾ ਹੈ। ਜਿਹੜੇ ਪੀਰ ਲੋਕ ਹੈ, ਮਤਲਬ ਸੰਤ ਲੋਕ ਹੈ, ਰੱਬ ਦੇ ਭਗਤ ਲੋਕ ਹੈ, ਪਿਆਰੇ ਲੋਕ ਜਿਹੜੇ ਹੈ, ਉਹ ਸਹਿਜ ਦੇ ਨਾਲ ਉਸ ਪਰਮਪਿਤਾ ਪਰਮਾਤਮਾ ਨੂੰ ਆਵਾਜ਼ਾਂ ਮਾਰਦੇ ਹੈ। ਔਰ ਉਹ ਪਰਮਪਿਤਾ ਪਰਮਾਤਮਾ ਦੀਆਂ ਆਵਾਜ਼ਾਂ ਜਿਹੜੀਆਂ ਉਹਨਾਂ ਪੀਰਾਂ ਸੰਤਾਂ ਦੀਆਂ, ਮਹਾਂਪੁਰਸ਼ਾਂ ਦੀਆਂ, ਗੁਰਮੁਖ ਪਿਆਰਿਆਂ ਦੀਆਂ ਜਿਹੜੀਆਂ, ਉਹ ਪਰਮਾਤਮਾ ਨੂੰ ਜਾ ਕੇ ਲੱਗਦੀਆਂ। ਔਰ ਪਰਮਾਤਮਾ ਸਾਡੇ ਅੰਤਰ ਹਿਰਦੇ ਦੇ ਵਿੱਚ ਆ ਕੇ ਵਾਸਾ ਕਰ ਲੈਂਦਾ ਹੈ। ਔਰ ਪਰਮਪਿਤਾ ਪਰਮਾਤਮਾ ਅਨਹਦ ਧੁਨ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ, ਔਰ ਫਿਰ ਪਰਮਪਿਤਾ ਪਰਮਾਤਮਾ ਆਪ ਜੋਤ ਸਰੂਪ ਦਰਸ਼ਦਾਰੇ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਨਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਈਆਂ। ਇਸ ਤਰ੍ਹਾਂ ਦੇ ਨਾਲ ਇਹ ਸਹਿਜ ਧੁਨ ਦੇ ਵੱਜਣ ਦੀ, ਔਰ ਪਹਿਲਾਂ ਅਨਹਦ ਧੁਨ ਵੱਜਣ ਦੀ, ਔਰ ਫਿਰ ਉਸ ਤੋਂ ਬਾਅਦ ਇਹ ਹੌਲੀ ਹੌਲੀ ਜਿਹੜੀ ਹੈ ਸਹਿਜ ਧੁਨ ਰੂਪ ਬਣ ਜਾਂਦੀ ਹੈ। ਔਰ ਸਾਡਾ ਰੋਮ ਰੋਮ ਜਿਹੜਾ ਹੈ ਉਹ ਬਿਨਾਂ ਮੁਖ ਤੋਂ ਬੋਲੇ ਤੋਂ ਹੀ ਅੰਤਰ ਹਿਰਦੇ ਤੋਂ ਉਹ ਸਹਿਜ ਰੂਪ ਦੇ ਵਿੱਚ ਵਾਹਿਗੁਰੂ ਨਾਮ ਸਿਮਰਨ ਕਰਦਾ ਰਹਿੰਦਾ, ਔਰ ਸਦਾ ਉਹ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਕਿਸੇ ਪਿਆਰੇ ਦੀ ਚੋਟ ਲੱਗੀ ਹੋਵੇ, ਪਰਮਾਤਮਾ ਦੀ ਚੋਟ ਲੱਗੀ ਹੋਵੇ, ਨਾਮ ਦੀ ਚੋਟ ਲੱਗੀ ਹੋਵੇ, ਤੇ ਫਿਰ ਜਿਸ ਨੂੰ ਇਹ ਚੋਟ ਲੱਗ ਜਾਵੇ, ਫਿਰ ਉਹ ਆਪਣੇ ਮਨ ਨਾਲ, ਆਪਣੇ ਜ਼ੋਰ ਨਾਲ ਕੁਝ ਕਰਨ ਜੋਗਾ ਨਹੀਂ ਹੁੰਦਾ। ਉੱਥੇ ਗੁਰੂ ਸਾਹਿਬ ਕਬੀਰ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਲਾਗੀ ਚੋਟ ਪ੍ਰੇਮ ਕੀ ਰਿਓ ਕਬੀਰਾ ਠੌਰ। ਤੇ ਕਬੀਰਾ ਭਾਈ ਜਦੋਂ ਪਰਮਾਤਮਾ ਦੇ ਨਾਮ ਦੀ ਚੋਟ ਲੱਗੀ ਨਾ, ਤੇ ਉੱਥੇ ਹੀ ਥਾਂ ਢਹਿ ਪਿਆ। ਮਤਲਬ ਉਹ ਕੁਝ ਕਰਨ ਜੋਗਾ ਨਹੀਂ ਰਿਹਾ। ਉਹਦਾ ਆਪਣਾ ਜਿਹੜਾ ਸਰੀਰ ਹੈ, ਆਪਣਾ ਜਿਹੜਾ ਮਨ ਹੈ, ਉਹ ਸਭ ਹਰਕਤਾਂ ਨੂੰ ਬੰਦ ਕਰ ਦਿੰਦਾ ਹੈ, ਔਰ ਸਿਰਫ ਤੇ ਸਿਰਫ ਪਰਮਾਤਮਾ ਦੀ ਚੋਟ, ਸ਼ਬਦ ਦੀ ਚੋਟ ਜਿਹੜੀ ਹੈ, ਉਸ ਨੂੰ ਉਹ ਮੁਤਾਸਰ ਹੋ ਕੇ ਉਸ ਦੇ ਉੱਤੇ ਆਪਣਾ ਧਿਆਨ ਟਿਕਾ ਲੈਂਦਾ ਹੈ। ਉੱਥੇ ਉਹ ਕਰਨ ਜੋਗਾ ਕੁਝ ਨਹੀਂ ਰਹਿੰਦਾ। ਉਹਦਾ ਹੌਸਲਾ, ਉਹਦੀ ਪਾਵਰ, ਉਹਦੀ ਤਾਕਤ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਹੁਣ ਇਸ ਤਰ੍ਹਾਂ ਹੀ ਗੁਰੂ ਸਾਹਿਬ ਕਬੀਰ ਸਾਹਿਬ ਬਖਸ਼ਿਸ਼ ਕਰਦੇ ਆ ਸਾਨੂੰ, ਕਬੀਰ ਚੋਟ ਸਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਤਾਸ। ਹੁਣ ਕਬੀਰ ਸਾਹਿਬ ਅਗਲੇ ਦੋਹਰੇ ਦੇ ਵਿੱਚ ਇਹ ਗੱਲ ਬਖਸ਼ਿਸ਼ ਕਰ ਰਹੇ ਹੈ ਕਿ ਕਬੀਰ, ਇਹ ਜਿਹੜਾ ਸੇਲਾ ਹੁੰਦਾ ਨਾ, ਸੇਲਾ, ਇਹਦੀ ਚੋਟ ਜਿਹੜੀ ਹੈ ਇਹ ਬਹੁਤ ਨਾਜ਼ੁਕ ਹੁੰਦੀ ਹੈ। ਭਾਵੇਂ ਹੁੰਦੀ ਤਾਂ ਭਾਵੇਂ ਇੱਕਦਮ ਹੀ ਸੇਲਾ ਸਾਡੇ ਸਰੀਰ ਦੇ ਵਿੱਚ ਖੁੱਭ ਜਾਂਦਾ ਹੈ, ਪਰ ਜਦੋਂ ਇਹ ਖੁੱਭ ਜਾਂਦਾ ਉਸ ਤੋਂ ਬਾਅਦ ਇਹ ਚੋਟ ਜਿਹੜੀ ਹੈ ਬੜਾ ਕਸ਼ਟ ਦਿੰਦੀ ਹੈ। ਤੇ ਗੁਰੂ ਸਾਹਿਬ ਕਬੀਰ ਸਾਹਿਬ ਬਖਸ਼ਿਸ਼ ਕਰਦੇ ਹੈ, ਲਾਗਤ ਲੈ ਉਸਾਸ। ਜਦੋਂ ਇਹ ਸੇਲਾ ਲੱਗਦਾ ਤੇ ਉਦੋਂ ਲੱਗਦਿਆਂ ਸਾਰ ਹੀ ਇਹ ਆਦਮੀ ਦੇ ਸਾਹ ਜਿਹੜੇ ਹੈ ਇਹ ਕੱਢ ਲੈਂਦਾ ਹੈ, ਮਾਰ ਦਿੰਦਾ ਹੈ, ਮਰ ਜਾਂਦਾ ਬੰਦਾ ਆਦਮੀ ਮਤਲਬ। ਤੇ ਕਬੀਰ ਕਹਿੰਦਾ ਹੈ ਕਿ ਕਬੀਰ ਹੁਣ ਚੋਟ ਸਹਾਰੇ ਸ਼ਬਦ ਕੀ, ਜਿਹੜਾ ਬੰਦਾ ਸ਼ਬਦ ਦੀ ਚੋਟ ਨੂੰ ਸਹਾਰ ਲੈਂਦਾ ਹੈ। ਗੁਰੂ ਨੇ ਸ਼ਬਦ ਦਿੱਤਾ, ਔਰ ਸ਼ਬਦ ਦਾ ਤੀਰ ਐਸਾ ਵੱਜਿਆ, ਸਤਿਗੁਰ ਸੂਰੇ ਬਾਹਿਆ, ਐਸਾ ਤੀਰ ਬਾਹਿਆ ਕਿ ਜਿਹੜਾ ਉਹ ਲੱਗਿਆ ਤੇ ਉਹ ਥਾਂ ਹੀ ਢਹਿ ਪਿਆ। ਤੇ ਫਿਰ ਇਸ ਤਰ੍ਹਾਂ ਦੇ ਨਾਲ ਉਸ ਨੂੰ ਕੁਝ ਹੋਰ ਕਰਨ ਦਾ ਵਕਤ ਹੀ ਨਹੀਂ ਹੈ, ਤੇ ਨਾ ਕੁਝ ਹੋਰ ਕਰਨ ਦੀ ਸੂਝ ਉਸ ਨੂੰ ਬਣਦੀ ਹੈ। ਉਹ ਸ਼ਬਦ ਦੀ ਚੋਟ ਦੇ ਨਾਲ ਹੀ ਮਰ ਜਾਂਦਾ ਹੈ। ਜਿਹੜਾ ਅੰਦਰਲਾ ਸਾਡਾ ਮਨਮੁਖ ਮਨ ਹੁੰਦਾ, ਜਿਹੜਾ ਆਪਣੀ ਮਰਜ਼ੀ ਕਰਦਾ ਹੈ, ਉਹ ਮਰ ਜਾਂਦਾ ਹੈ। ਕਹਿੰਦੇ ਚੋਟ ਸਹਾਰੇ ਸ਼ਬਦ ਕੀ, ਜਿਹੜਾ ਮਨ ਸ਼ਬਦ ਦੀ ਚੋਟ ਨੂੰ ਸਹਾਰ ਲਵੇ, ਜਿਹੜਾ ਗੁਰਮੁਖ ਪਿਆਰਾ, ਜਿਹੜੀ ਰੂਹ ਸ਼ਬਦ ਦੀ ਚੋਟ ਨੂੰ, ਸਤਿਗੁਰੂ ਵੱਲੋਂ ਦਿੱਤੇ ਹੋਏ ਸ਼ਬਦ ਦੀ ਚੋਟ ਨੂੰ ਸਹਾਰ ਲਵੇ, ਤੇ ਕਬੀਰ ਸਾਹਿਬ ਕਹਿੰਦੇ ਆ ਕਿ ਉਸ ਨੂੰ ਮੈਂ ਗੁਰੂ ਮੰਨਦਾ, ਔਰ ਮੈਂ ਉਸ ਦਾ ਦਾਸ ਹੋ ਕੇ ਰਵਾਂਗਾ। ਮੈਂ ਉਸ ਦਾ ਦਾਸ ਹਾਂ, ਮੈਂ ਉਸ ਨੂੰ ਗੁਰੂ ਮੰਨਦਾ ਜਿਹੜਾ ਸ਼ਬਦ ਦੀ ਚੋਟ ਨੂੰ, ਸ਼ਬਦ ਦੀ ਚੋਟ ਇੰਨੀ ਤਿੱਖੀ, ਇੰਨੀ ਕਰੜੀ, ਔਰ ਇੰਨੀ
ਇਹ ਕਹਿ ਦਿਓ ਕਿ ਦੁਸ਼ਟਾਂ ਨੂੰ ਮਾਰਨ ਦੇ ਵਿੱਚ ਤਤਕਾਲ ਦੇ ਵਿੱਚ ਹੀ ਸਹਾਈ ਹੁੰਦੀ ਹੈ। ਦੁਸ਼ਮਣ ਦੁਸ਼ਟ ਟਰੇ ਤਤਕਾਲਾ, ਤਤਕਾਲ ਹੀ ਪੰਜ ਦੂਤ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁੰਦੇ ਆ ਨਾ, ਇਹ ਸ਼ਬਦ ਦੀ ਚੋਟ ਦੇ ਨਾਲ ਮਾਰੇ ਜਾਂਦੇ। ਔਰ ਸ਼ਬਦ ਦੀ ਚੋਟ ਕੀ ਹੁੰਦੀ ਹੈ ਕਿ ਜਦੋਂ ਅਸੀਂ ਸਿਮਰਦੇ ਹਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਜਦੋਂ ਅਸੀਂ ਵਾਹ ਬੋਲਦੇ ਹਾਂ ਸਾਡਾ ਪਵਨ ਜਿਹੜੀ ਹੈ ਉਹ ਸਾਡੇ ਅੰਦਰ ਧੁਨੀ ਤਿੱਕਰ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਬੋਲਣੀ ਹੈ ਸਹਿਜ ਨਾਲ, ਵਾਹ 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 ਧੁਨੀ ਤਿੱਕਰ ਜਾਵੇ ਵਾਹ। ਜਦੋਂ ਧੁਨੀ ਦੇ ਉੱਤੋਂ ਦੀ ਹੋ ਕੇ ਫਿਰ ਜਦੋਂ ਗੁਰੂ ਕਹਿਣਾ ਸੀ, ਇਹ ਹਵਾ ਜਿਹੜੀ ਹੈ ਨਾ, ਜਿਹੜੀ ਹਵਾ ਬਾਹਰੋਂ ਅੰਦਰ ਨੂੰ ਤਾਜੀ ਗਈ ਹੈ, ਪਵਨ ਗੁਰੂ ਹੈ ਸਾਡਾ, ਉਹ ਗੁਰੂ ਨੇ ਐਸੀ ਚੋਟ ਕੀਤੀ ਸ਼ਬਦ ਦੀ ਕਿ ਉਹ ਜਿਹੜੇ ਪੰਜ ਦੂਤ ਜਿਹੜੇ ਸੀ ਨਾ ਸਾਡੇ, ਜਿਹੜੀ ਮਨਾਂ ਦੇ ਉੱਤੇ ਮੈਲ ਲੱਗੀ ਹੋਈ ਸੀ, ਜਿਹੜੀ ਰੂਹ ਦੇ ਉੱਤੇ ਮੈਲ ਲੱਗੀ ਹੋਈ ਸੀ, ਜਿਹੜੇ ਜਨਮਾਂ ਜਨਮਾਂ ਦਾ ਕਸ਼ਟ ਜਿਹੜਾ ਮੈਲ ਦਾ ਸੀ, ਜਨਮਾਂ ਜਨਮਾਂ ਦੀ ਮੈਲ ਸੀ, ਉਹ ਵਾਹ ਪਵਨ ਤਾਜੀ ਪਵਨ ਦੀ ਚੋਟ ਨੇ ਉਸ ਨੂੰ ਧੱਕਾ ਮਾਰ ਕੇ ਧੁਨੀ ਦੇ ਉੱਤੋਂ ਦੀ ਬਾਹਰ ਕੱਢ ਦਿੱਤਾ। ਔਰ ਜਦੋਂ ਅਸੀਂ ਗੁਰੂ ਦਾ ਸ਼ਬਦ ਕਿਹਾ ਨਾ, ਤੇ ਗੁਰੂ ਦੇ ਸ਼ਬਦ ਨੇ ਉਸ ਪਾਪਾਂ ਦੀ ਮੈਲ ਨੂੰ ਬਾਹਰ ਕੱਢ ਕੇ ਸਾਡੇ ਮਨ ਨੂੰ ਰੋਸ਼ਨ ਕਰ ਦਿੱਤਾ, ਸਾਡੀ ਰੂਹ ਨੂੰ ਰੋਸ਼ਨ ਕਰ ਦਿੱਤਾ। ਇਹ ਨਿਯਮ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਔਰ ਇੰਨੀ ਕੁ ਆਵਾਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਪਹਿਲਾਂ ਜਿਵੇਂ ਬੱਚੇ ਕਹਿ ਖੈ ਪੜ੍ਹਦੇ ਆ, ਪਹਾੜੇ ਪੜ੍ਹਦੇ ਆ, 2 ਦੂਣੀ 4, 4 ਦੂਣੀ 8, 8 ਦੂਣੀ 16, ਇਸ ਤਰ੍ਹਾਂ ਅਸੀਂ ਵਾਹਿਗੁਰੂ ਜਦੋਂ ਸਿਮਰਨ ਕਰਦੇ ਆ ਨਾ ਵਾਹ ਗੁਰੂ, ਉਦੋਂ ਸਾਡੀ ਆਵਾਜ਼ ਅਸੀਂ ਇਸ ਜੁਗਤ ਨਾਲ ਬੋਲਣੀ ਹੈ ਔਰ ਸਾਡੇ ਕੰਨਾਂ ਨੇ ਇਸ ਨੂੰ ਸੁਣਨਾ। ਔਰ ਜਦੋਂ ਕੰਨਾਂ ਦੁਆਰਾ ਇਹ ਸਾਡੀ ਰੂਹ ਦੇ ਉੱਤੇ ਜਾ ਕੇ ਚੋਟ ਕਰਦੀ ਹੈ, ਰੂਹ ਦੇ ਵਿੱਚ ਸਮਾ ਜਾਂਦਾ ਹੈ ਇਹ ਵਾਹ ਗੁਰੂ ਸ਼ਬਦ ਜਿਹੜਾ ਹੈ, ਉਦੋਂ ਫਿਰ ਇਹ ਅਨਹਦ ਧੁਨ ਸ਼ਬਦ ਰੂਪ ਬਣ ਕੇ ਜਿਹੜਾ ਹੈ ਨਾ ਉਹ ਸਾਡੇ 10ਵੇਂ ਦੁਆਰ ਦੇ ਵਿੱਚ ਵੱਜਣਾ ਸ਼ੁਰੂ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ, ਹੁਣ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਹਰ ਥਾਂ ਦੇ ਉੱਤੇ ਜੁਗਤਾਂ ਵੀ ਦੱਸਦੇ ਹੈ, ਕਿਵੇਂ ਸਿਮਰਨ ਕਰਨਾ ਹੈ, ਕਿਵੇਂ ਅਸੀਂ ਸੇਵਾ ਕਰਨੀ ਹੈ। ਸਿਮਰਨ ਕਰਨਾ ਵੀ ਜ਼ਰੂਰੀ ਹੈ ਔਰ ਸੇਵਾ ਕਰਨੀ ਵੀ, ਸਾਧ ਸੰਗਤ ਦੀ ਸੇਵਾ ਕਰਨੀ ਵੀ ਇਹ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਆਂ ਦੀ, ਜੋ ਪਰਮਾਤਮਾ ਦੇ ਪਿਆਰੇ ਹੈ, ਉਹਨਾਂ ਨੂੰ ਰੱਬ ਦਾ ਰੂਪ ਸਮਝ ਕੇ ਉਹਨਾਂ ਦੀ ਸੇਵਾ ਕਰਨੀ ਵੀ ਉਹ ਪਰਮਾਤਮਾ ਦਾ ਸਰੂਪ ਬਣ ਜਾਂਦੀ ਹੈ। ਇਸੇ ਕਰਕੇ ਸੰਗਤ ਦੇ ਵਿੱਚ ਕਿਹਾ ਜਾਂਦਾ ਭਾਈ ਸਿਮਰਨ ਜੇ ਤੁਸੀਂ ਸੰਗਤ ਦੇ ਵਿੱਚ ਕਰੋਗੇ ਨਾ, ਇਹ 2 ਕੰਮ ਕਰਦੀ ਹੈ। ਇੱਕ ਤਾਂ ਅਸੀਂ ਆਪ ਆਪਣਾ ਨਾਮ ਸਿਮਰਨ ਕਰਦੇ, ਇੱਕ ਸੰਗਤ ਜਦੋਂ ਦੂਜੇ ਬੰਦਿਆਂ ਦਾ ਵੀ ਆਵਾਜ਼ ਜਿਹੜੀ ਹੈ ਸਾਡੇ ਕੰਨ 'ਚ ਪੈਂਦੀ ਹੈ ਨਾ, ਤੇ ਇਹ ਵੀ ਮੈਲ ਜਿਹੜੀ ਹੈ ਸਾਡੇ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ, ਇਹ ਸਾਰੀ ਸੰਗਤ ਦੀ ਜਿਹੜੀ ਧੁਨ ਹੈ ਇਹ ਇਕੱਠੀ ਹੋ ਕੇ ਜਦੋਂ ਇੱਕਦਮ ਸਾਡੇ ਚੋਟ ਕਰਦੀ ਹੈ, ਸ਼ਬਦ ਚੋਟ ਕਰਦਾ ਹੈ, ਉਦੋਂ ਇਹ ਮੈਲ ਜਿਹੜੀ ਹੈ ਉਹ ਬਾਹਰ ਨਿਕਲ ਜਾਂਦੀ ਹੈ, ਮਨ ਸਾਡਾ ਨਿਰਮਲ ਹੋ ਜਾਂਦਾ ਹੈ। ਤੇ ਕਬੀਰ ਸਾਹਿਬ ਨੇ ਵੀ ਇਹੀ ਗੱਲ ਸਮਝਾਈ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਸਾਈਂ ਨ ਬੈਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ। ਹੁਣ ਕਬੀਰ ਸਾਹਿਬ ਨੇ ਵੀ ਇਸੇ ਗੱਲ ਨੂੰ ਸਮਝਾਇਆ ਹੈ ਕਿ ਕਬੀਰ ਮੁੱਲਾ ਤੂੰ ਮਨਾਰੇ ਦੇ ਉੱਤੇ ਚੜ੍ਹ ਕੇ, ਮਹਿਲ ਦੇ ਮਨਾਰੇ ਦੇ ਉੱਤੇ ਚੜ੍ਹ ਕੇ ਵਾਂਗ ਦਿੰਦਾ ਹੈ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਪਰਮਾਤਮਾ ਨੂੰ ਤੂੰ ਆਵਾਜ਼ਾਂ ਮਾਰਦਾ ਹੈ, ਤੂੰ ਇਸ ਤਰ੍ਹਾਂ ਆਵਾਜ਼ਾਂ ਮਾਰਦਾ, ਇੰਨੀਆਂ ਉੱਚੀਆਂ ਆਵਾਜ਼ਾਂ ਮਾਰਦਾ, ਬਹੁਤ ਦੂਰ ਤੱਕ ਲੋਕਾਂ ਨੂੰ ਸੁਣਦੀਆਂ। ਤੇ ਤੂੰ ਕੀ ਸਮਝਦਾ ਹੈ ਕਿ ਇਹ ਸਾਈਂ ਜਿਹੜਾ ਹੈ, ਉਹ ਮਾਲਕ ਜਿਹੜਾ ਹੈ ਤੇਰਾ, ਅੱਲਾ ਜਿਹੜਾ ਹੈ, ਉਹ ਜਿਹੜਾ ਤੇਰਾ ਵਾਹਿਗੁਰੂ ਹੈ ਜਾਂ ਰਾਮ ਹੈ, ਕਿ ਉਹ ਬਹਿਰਾ ਹੈ, ਉਹਨੂੰ ਸੁਣਦਾ ਨਹੀਂਗਾ? ਬਹੁਤ ਉੱਚਾ ਸੋ ਕੇ ਕੰਨ ਦੇ ਕੋਲੇ ਤੂੰ, ਜਿਵੇਂ ਆਪਾਂ ਬਜ਼ੁਰਗਾਂ ਨੂੰ ਸੁਣਾਉਣੇ ਹੁੰਦੇ ਆ ਨਾ, ਤੂੰ ਐਂ ਸੁਣਾਉਣਾ ਹੈ ਉੱਚੀ ਬੋਲ ਕੇ। ਕਬੀਰ ਸਾਹਿਬ ਕਹਿੰਦੇ ਆ ਵੀ ਇਸ ਤਰ੍ਹਾਂ ਨਾਲ ਪਰਮਾਤਮਾ ਨਹੀਂ ਮਿਲਣਾ, ਸਾਈਂ ਬਹਿਰਾ ਨਹੀਂ ਹੈ। ਫਿਰ ਜਾ ਕਾਰਨ ਤੂੰ ਬਾਂਗ ਦੇ, ਤੂੰ ਜਿਸ ਕਾਰਨ ਇਹ ਬਾਂਗ ਦਿੰਨਾ ਨਾ, ਤੂੰ ਤਾਂ ਬਾਂਗ ਇਸ ਵਾਸਤੇ ਦਿੰਨਾ ਵੀ ਹੇ ਪਰਮਪਿਤਾ ਪਰਮਾਤਮਾ ਮੇਰੇ ਕੋਲ ਆ ਕੇ ਮੇਰੇ ਹਿਰਦੇ ਦੇ ਵਿੱਚ ਵਸੋ, ਮੇਰੇ ਕਾਰਜ ਸਵਾਰੋ, ਮੇਰੇ ਅੰਗ ਸੰਗ ਰਹੋ। ਤੇ ਇਹ ਬਾਂਗ ਜਿਹੜੀ ਹੈ ਤੂੰ ਇੰਨੀ ਉੱਚੀ ਦਿੰਨਾ ਹੈ ਕਿ ਇਹ ਬੇਰਸੀ ਹੋ ਜਾਂਦੀ ਹੈ ਔਰ ਪਰਮਾਤਮਾ ਵੀ ਨਾਰਾਜ਼ ਹੁੰਦਾ ਹੈ ਕਿ ਮੈਂ ਬਹਿਰਤ ਨਹੀਂ ਹਾਂ, ਮੈਂ ਸੁਣਦਾ ਹੈ, ਸਭ ਕੁਝ ਸੁਣਦਾ, ਤੂੰ ਸਹਿਜ ਨਾਲ ਬੋਲ। ਤੇ ਇਹੀ ਗੱਲ ਫਿਰ ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਵਾਸਤੇ ਤੂੰ ਪਰਮਾਤਮਾ ਨੂੰ ਲੱਭਣ ਵਾਸਤੇ ਬਾਂਗ ਦਿੰਦਾ ਨਾ, ਉਹ ਤਾਂ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ।
ਤੇ ਇੰਨੀ ਉੱਚੀ ਆਵਾਜ਼ ਦੇਣ ਦੀ ਕੀ ਲੋੜ ਹੈ? ਜਿਵੇਂ ਤੂੰ ਬਹੁਤ ਦੂਰ, ਤੈਨੂੰ ਭਰਮ ਲੱਗਿਆ ਹੋਇਆ, ਤੂੰ ਭਰਮ ਸਮਝਦਾ ਵੀ ਇਹ ਮੈਨੂੰ ਭਰਮ ਲੱਗਿਆ ਹੋਇਆ ਹੈ ਤੇ ਵੀ ਮੈਂ ਮਤਲਬ ਪ੍ਰਮਾਤਮਾ ਨੂੰ ਉੱਚੀ ਜਿੰਨਾ ਆਵਾਜ਼ ਮਾਰੂੰਗਾ ਉਨਾ ਛੇਤੀ ਪ੍ਰਮਾਤਮਾ ਆਊਗਾ। ਇਹੀ ਮਤਲਬ ਪ੍ਰਮਾਤਮਾ ਦਾ ਜਦੋਂ ਅਸੀਂ ਨਾਮ ਸਿਮਰਨ ਸੰਗਤਾਂ ਕਰਦੀਆਂ, ਵਾਹਿਗੁਰੂ 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 ਵਾਹਿਗੁਰੂ, ਜਦੋਂ ਇਹ ਉੱਚਾ ਉੱਚਾ ਬੋਲ ਕੇ ਸੰਗਤਾਂ ਆਵਾਜ਼ਾਂ ਮਾਰਦੀਆਂ ਨਾ, ਤੇ ਉਦੋਂ ਇਹ ਬੇਰਸਾ ਕੀਰਤਨ ਹੋ ਜਾਂਦਾ ਹੈ। ਜਦੋਂ ਬੇਰਸਾ ਕੀਰਤਨ ਹੋ ਜਾਂਦਾ ਤੇ ਪ੍ਰਮਾਤਮਾ ਇਸ ਗੱਲ ਤੇ ਨਾਰਾਜ਼ ਹੁੰਦਾ ਹੈ ਕਿ ਮੈਂ ਬਹਿਰਾ ਨਹੀਂ ਹਾਂ, ਤੂੰ ਤਾਂ ਬਿਨ ਬੋਲਿਆ। ਉਹ ਮਾਲਕ ਜਿਹੜਾ ਸਾਡਾ ਹੈ ਉਹ ਬਿਨ ਬੋਲਿਆ ਸਭ ਕੁਝ ਜਾਣਦਾ ਹੈ, ਉਹ ਅੰਤਰਜਾਮੀ ਹੈ, ਉਹ ਸਾਡੇ ਦਿਲਾਂ ਦੀਆਂ ਗੱਲਾਂ ਆਪ ਹੀ ਜਾਣਦਾ ਹੈ। ਅਸੀਂ ਸੋਚਿਆ ਨਹੀਂ ਹੈ ਤੇ ਉਦੋਂ ਪਹਿਲਾਂ ਉਹ ਸਾਡੀ ਗੱਲ ਨੂੰ ਸਮਝ ਜਾਂਦਾ ਹੈ। ਤੇ ਫਿਰ ਇਹਨੂੰ ਉੱਚਾ ਬੋਲ ਕੇ ਬੋਲਣ ਦੀ ਕੀ ਲੋੜ ਹੈ? ਉੱਚਾ ਬੋਲ ਕੇ ਨਾਮ ਸਿਮਰਨ ਕਰਨ ਦੀ ਕੀ ਲੋੜ ਹੈ? ਉੱਚਾ ਬੋਲ ਕੇ ਉਹਨੂੰ ਯਾਦ ਕਰਨ ਦੀ ਕੀ ਲੋੜ ਹੈ? ਉੱਚਾ ਬੋਲ ਕੇ ਉਹਨੂੰ ਸੁਣਾਉਣ ਦੀ ਕੀ ਲੋੜ ਹੈ? ਸਹਿਜ ਦੇ ਵਿੱਚ ਬੋਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਨਾ ਕਿ ਸਾਨੂੰ ਕੰਨਾਂ ਨੂੰ ਸੁਣਦਾ ਰਵੇ, ਸਾਡੇ ਨਾਲ ਦੇ ਦੋ ਬੰਦਿਆਂ ਨੂੰ ਹੋਰ ਬੈਠੇ ਆ ਜਿਹੜੇ ਉਹਨਾਂ ਨੂੰ ਸੁਣਦਾ ਰਵੇ, ਬਸ ਇੰਨਾ ਕੁ ਉੱਚਾ ਬੋਲਣ ਦੀ ਜ਼ਰੂਰਤ ਹੈ ਕਿ ਸਾਡੀ ਆਵਾਜ਼ ਨਿਕਲਣੀ ਚਾਹੀਦੀ ਹੈ, ਸ਼ਬਦ ਸਰੂਪ ਲੈਣਾ ਚਾਹੀਦਾ ਹੈ। ਵਾਹ, ਸ਼ਬਦ ਸਰੂਪ ਲਵੇ ਅੱਛੀ ਤਰ੍ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇੰਨਾ ਹੀ ਕਾਫੀ ਹੈ। ਜੇ ਪ੍ਰਮਾਤਮਾ ਨੂੰ ਅਸੀਂ ਇਸ ਤਰ੍ਹਾਂ ਦੇ ਨਾਲ ਸਿਮਰਨ ਕਰ ਲਿਆ ਨਾ, ਤੇ ਪ੍ਰਮਾਤਮਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਕਿ ਕਬੀਰ ਫਿਰ ਸਾਨੂੰ ਇੱਕ ਗੱਲ ਦੱਸਦੇ ਆ, ਇੱਕ ਭੇਦ ਹੋਰ ਦੱਸਦੇ ਆ। ਕਹਿੰਦੇ ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਕਬੀਰ ਅੱਲਾ ਕੀ ਕਰ ਬੰਦਗੀ, ਜੇ ਸਿਮਰਤ ਦੁਖ ਜਾਏ। ਗੁਰੂ ਸਾਹਿਬ ਨੇ ਵੀ ਪਹਿਲਾਂ ਬਖਸ਼ਿਸ਼ ਕੀਤੀ ਸੀ, ਰਾਮ ਨਾਮ ਔਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਤੇ ਸਾਧ ਸੰਗਤ ਜੀ, ਕਬੀਰ ਜੀ ਵੀ ਇਹੀ ਗੱਲ ਨੂੰ ਇੱਥੇ ਦੱਸ ਰਹੇ ਆ ਸਾਨੂੰ ਕਿ ਕਬੀਰ ਜਾ ਕੀ ਦਿਲ ਸਾਬਤ ਨਹੀਂ, ਜਿਸ ਦਿਲ ਦੇ ਵਿੱਚ ਪਾਪ ਹੈ, ਮੈਲ ਹੈ, ਅਵਗੁਣ ਹੈ, ਹਉਮੈ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਹੋਰ ਤ੍ਰਿਸ਼ਨਾ ਲਾਲਚਾਂ ਦੀ ਅੱਗ ਭਰੀ ਹੋਈ ਹੈ, ਤ੍ਰੈ ਗੁਣਾਂ ਦੇ ਵਿੱਚ ਭਰਿਆ ਹੋਇਆ ਹੈ, ਪਾਪ ਕਰਮਾਂ ਦੇ ਕਰਮ ਕਰਦਾ ਹੈ, ਤੇ ਫਿਰ ਉਹ ਉੱਚਾ ਬੋਲੇ ਤੇ ਤਾਂ ਕੀ ਫਰਕ ਪੈਂਦਾ ਹੈ? ਗੁਰੂ ਸਾਹਿਬ ਕਹਿੰਦੇ ਹੈ ਉਹਦਾ ਦਿਲ ਸਾਫ਼ ਨਹੀਂ ਹੈ, ਸਾਬਤ ਨਹੀਂ ਹੈ, ਉਹ ਭਟਕਿਆ ਹੋਇਆ ਹੈ, ਉਹ ਟੁੱਟਿਆ ਹੋਇਆ ਹੈ, ਉਹ ਤਿੜਕਿਆ ਹੋਇਆ ਹੈ, ਉਹ ਆਪਣੇ ਨਿਸ਼ਾਨੇ ਤੋਂ ਦੂਰ ਗਿਆ ਹੋਇਆ, ਪ੍ਰਮਾਤਮਾ ਦੀ ਭਗਤੀ ਤੋਂ ਦੂਰ ਰਹਿ ਕੇ ਮਾਇਆ ਦੇ ਚੱਕਰ ਦੇ ਵਿੱਚ ਉਹ ਫਸਿਆ ਹੋਇਆ, ਇਸ ਕਰਕੇ ਉਹ ਸਾਬਤ ਨਹੀਂ ਹੈ। ਫਿਰ ਤੇ ਕਬੀਰ ਸਾਹਿਬ ਕਹਿੰਦੇ ਤਾਂ ਕੋ ਕਹਾਂ ਖੁਦਾਏ, ਉਸ ਨੂੰ ਖੁਦਾ ਕਿਵੇਂ ਪ੍ਰਾਪਤ ਹੋਏਗਾ? ਹੈ ਭਾਈ ਗੁਰਮੁਖ ਪਿਆਰਿਓ, ਸਤਸੰਗ ਵਾਲਿਓ, ਸਤਸੰਗ ਕਰਨ ਵਾਲਿਓ, ਇਹ ਗੱਲ ਨੂੰ ਸੋਚ ਕੇ ਸਿਮਰਨ ਕਰਿਆ ਕਰੋ ਕਿ ਅਸੀਂ ਸਿਮਰਨ ਕਿੰਨੀ ਕੁ ਉੱਚੀ ਆਵਾਜ਼ 'ਚ ਕਰਨਾ ਹੈ, ਸਹਿਜ ਆਵਾਜ਼ ਦੇ ਵਿੱਚ ਕਰਨਾ ਹੈ। ਤੇ ਫਿਰ ਕਬੀਰ ਸਾਹਿਬ ਕਹਿੰਦੇ ਆ ਵੀ ਜਿਹੜਾ ਉੱਚੀ ਕਰਦੇ ਉਹਨਾਂ ਨੂੰ ਖੁਦਾ ਕਿੱਥੇ ਮਿਲਣ ਲੱਗੇ? ਉਹਨਾਂ ਦੇ ਦਿਲ ਤਾਂ ਸਾਬਤ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਆ ਕਿ ਕਬੀਰ ਤੂੰ ਅੱਲਾ ਕੀ ਕਰ ਬੰਦਗੀ। ਬੰਦਗੀ ਦਾ ਮਤਲਬ ਹੁੰਦਾ ਹੈ ਕਿ ਬੰਦੀ ਦੇ ਵਿੱਚ ਰਹਿਣਾ, ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣਾ, ਪਰਮਾਤਮਾ ਦੇ ਕਹਿਣੇ ਦੇ ਵਿੱਚ ਰਹਿਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ। ਜਦੋਂ ਅਸੀਂ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਆਂਗੇ, ਆਪਣੇ ਆਪ ਨੂੰ ਸਮਰਪਣ ਕਰ ਦਿਆਂਗੇ, ਪਰਮਾਤਮਾ ਦੀ ਸ਼ਰਨ ਹੋ ਕੇ ਹਰ ਸਮੇਂ ਉਸ ਨੂੰ ਚੇਤੇ ਕਰਦੇ ਰਹਾਂਗੇ ਔਰ ਆਪਣੀ ਬਾਹ ਉਸ ਪਰਮ ਪਿਤਾ ਪਰਮਾਤਮਾ ਨੂੰ ਸੌਂਪ ਦੇਵਾਂਗੇ, ਆਪਣੇ ਆਪ ਉਸ ਨੂੰ ਸੌਂਪ ਦੇਵਾਂਗੇ। ਮੇਰਾ, ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਅਸੀਂ ਸੌਂਪ ਦੇਣਾ ਹੈ, ਆਪਣੇ ਆਪ ਨੂੰ ਸੌਂਪ ਦੇਣਾ ਹੈ, ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ, ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੋਇਆ, ਕਿਤੇ ਦੂਰ ਨਹੀਂ ਹੈ, ਬਹੁਤ ਨੇੜੇ ਹੈ। ਉਹਨੂੰ ਦੂਰ ਜਾਣ ਕੇ ਉੱਚੀ ਰੌਲਾ ਪਾਉਣ ਦੀ ਲੋੜ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਕਰਕੇ ਬੋਲਣ ਦੀ, ਪੁਕਾਰਨ ਦੀ ਲੋੜ ਨਹੀਂ ਹੈ। ਸਹਿਜ ਦੇ ਨਾਲ ਵਾਹਿਗੁਰੂ ਸਿਮਰਨ ਕਰੋ। ਸਿਮਰਨ ਕਰਨਾ, ਅਸੀਂ ਸਿਮਰਨ ਕਰਨਾ ਹੈ, ਸੇਵਾ ਕਰਨੀ ਹੈ, ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਆਪਣੇ ਕਰਮਾਂ ਨੂੰ ਸੁੱਧ ਕਰਨਾ ਹੈ, ਆਪਣੇ ਆਚਰਣ ਨੂੰ ਸੁੱਧ ਕਰਨਾ ਹੈ, ਆਪਣੀ ਜਿੰਨੀ ਵੀ ਕਰਮ ਕਿਰਿਆ ਹੈ ਸਾਡੀ, ਉਹ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੇ ਭੈ ਦੇ ਵਿੱਚ ਰਹਿਣੀ ਚਾਹੀਦੀ ਹੈ। ਸਾਡੇ ਇਹ ਰੂਹ, ਇਹ ਪਰਮਾਤਮਾ ਦੀ ਰੂਹ ਜਿਹੜੀ ਹੈ, ਰੂਹ ਸਾਡੀ ਜਿਹੜੀ ਹੈ,
ਇਹ ਪ੍ਰਮਾਤਮਾ ਦੀ ਰੂਹ ਹੈ ਔਰ ਪ੍ਰਮਾਤਮਾ ਦੇ ਭੈ ਦੇ ਵਿੱਚ ਰਹਿਣੀ ਚਾਹੀਦੀ ਹੈ। ਔਰ ਜਦੋਂ ਇਹ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਆਪਣਾ ਜੀਵਨ ਜੀਵੇਗੀ ਨਾ, ਤੇ ਉਦੋਂ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਈ ਪ੍ਰਮਾਤਮਾ ਨੂੰ ਆਪਣੀ ਸੁਰਤੀ ਦੇ ਵਿੱਚ ਵਸਾਉਂਦੀ ਹੋਈ ਸਿਮਰਨ ਜਦੋਂ ਕਰੇਗੀ, ਉਦੋਂ ਉਹ ਪਰਮਪਿਤਾ ਪਰਮਾਤਮਾ ਉਸ ਦੇ ਹਿਰਦੇ ਦੇ ਵਿੱਚ ਆ ਕੇ ਵਸ ਜਾਏਗਾ, ਹਿਰਦੇ ਦੇ ਵਿੱਚ ਆ ਵਸੇਗਾ। ਤੇ ਫਿਰ ਪਰਮਪਿਤਾ ਪਰਮਾਤਮਾ ਦਾ ਪਿਆਰਾ ਜਿਹੜਾ ਹੈ, ਫਿਰ ਪਰਮਪਿਤਾ ਪਰਮਾਤਮਾ ਦਾ ਪਿਆਰਾ, ਪਰਮਪਿਤਾ ਪਰਮਾਤਮਾ ਨੂੰ ਤਾਂ ਪਿਆਰ ਕਰਨਾ ਉਹਦਾ ਹੱਕ ਬਣਦਾ ਹੈ, ਕਿਉਂਕਿ ਅਸੀਂ ਪਰਮਪਿਤਾ ਪਰਮਾਤਮਾ ਨੂੰ ਬੁਲਾਉਣਾ ਹੈ, ਆਪਣੇ ਕੋਲ ਬਣਾਉਣਾ ਹੈ, ਉਹਨੂੰ ਦਰਸ਼ਨ ਕਰਨੇ ਹੈ, ਉਸ ਦੇ ਨਾਲ ਰਹਿ ਕੇ ਅਸੀਂ ਆਪਣਾ ਰੂਹ ਦਾ ਜਿਹੜਾ ਮਿਲਣ ਹੈ ਉਹ ਕਰਨਾ ਹੈ। ਪਰ ਉਦੋਂ ਐਸੀ ਬਖਸ਼ਿਸ਼ ਹੁੰਦੀ ਹੈ ਕਿ ਸਾਡੇ ਉੱਤੇ ਉਹ ਪਰਮਪਿਤਾ ਪਰਮਾਤਮਾ ਪਿਆਰ ਕਰਨਾ ਸ਼ੁਰੂ ਕਰ ਦਿੰਦਾ। ਉਦੋਂ ਅਸੀਂ ਪਰਮ ਪਦ ਦੀ ਪ੍ਰਾਪਤੀ ਨੂੰ, ਪਿਆਰੇ ਪੰਜ ਪਿਆਰੇ ਜਿਹੜੇ ਸੀ ਨਾ, ਜਿਵੇਂ ਇਸ ਤਰ੍ਹਾਂ ਪੰਜ ਪਿਆਰਿਆਂ ਵਾਲਾ ਰੂਪ, ਪਿਆਰਾ ਰੂਪ ਬਣ ਕੇ, ਮਤਲਬ ਇਹ ਗੁਰਮੁਖ ਰੂਹ ਜਿਹੜੀ ਹੈ ਉਹ ਪਰਮਪਿਤਾ ਪਰਮਾਤਮਾ ਦੇ ਸੰਗ ਅੰਗ ਸੰਗ ਰਹਿਣੀ ਸ਼ੁਰੂ ਕਰ ਦਿੰਦੀ ਹੈ ਔਰ ਪਰਮਾਤਮਾ ਉਸ ਦੇ ਸਦਾ ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਔਰ ਇਹ ਰੂਹ ਜਿਹੜੀ ਹੈ ਸਦਾ ਜਾਗਤ ਰਹਿੰਦੀ ਹੈ ਔਰ ਉਹ ਪਰਮਪਿਤਾ ਪਰਮਾਤਮਾ ਦੀ ਅਵਸਥਾ ਦੇ ਵਿੱਚ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਆਪਣੇ ਜੀਵਨ ਨੂੰ ਜਿਉਂਦੀ ਹੈ। ਤੇ ਇਸੇ ਗੱਲ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਫਿਰ ਜਿਹੜੇ ਸਿਮਰਨ ਇਸ ਤਰ੍ਹਾਂ ਨਾਲ ਕਰਦੇ ਆ, ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਆ ਔਰ ਉਹਨਾਂ ਦੇ ਨਾਲ ਹੋਰ ਅਨੇਕਾਂ ਲੋਕ ਵੀ ਜਿਹੜੇ ਹੈ ਉਹ ਭਵਜਲ ਤੋਂ ਕਿਨਾਰਾ ਕਰਕੇ ਭਵਜਲ ਤੋਂ ਪਾਰ ਲੱਗ ਜਾਂਦੇ ਆ। ਔਰ ਨਾਮ ਸਿਮਰਨ ਦੇ ਸਦਕਾ, ਗੁਰੂ ਦੀ ਖੁਸ਼ੀ ਦੀ ਸਦਕਾ, ਗੁਰੂ ਦੀ ਪ੍ਰਾਪਤੀ ਦੇ ਸਦਕਾ ਉਹ ਆਪਣੀ ਜੋਤ ਨੂੰ ਪਰਮਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਸੱਚਖੰਡ ਦੇ ਦੁਆਰੇ ਦੇ ਉੱਤੇ ਲਿਜਾ ਕੇ ਉਹ ਉਸ ਦੂਤ, ਪਰਮਪਿਤਾ ਪਰਮਾਤਮਾ ਦੇ ਦੂਤ, ਉਸ ਰੂਹ ਦਾ ਸਤਿਕਾਰ ਕਰਦੇ ਹੋਏ, ਫੁੱਲਾਂ ਦੀ ਵਰਖਾ ਕਰਦੇ ਹੋਏ, ਜਸ ਗਾਣ ਕਰਦੇ ਹੋਏ ਉਸ ਨੂੰ ਪਰਮਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਜਾ ਕੇ ਛੱਡ ਦਿੰਦੇ ਆ। ਔਰ ਜਿੱਥੇ ਉਹ ਰੂਹ ਪਰਮਾਤਮਾ ਦੇ ਦਰਸ਼ਦਾਰੇ ਕਰਦੀ ਹੋਈ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਰਹਿੰਦੀ ਹੈ। ਔਰ ਜਿਸ ਤਰ੍ਹਾਂ ਦੇ ਨਾਲ ਇੱਥੇ ਅਸੀਂ ਨਾਮ ਸਿਮਰਨ ਕਰਦੇ ਹਾਂ, ਉੱਥੇ ਵੀ ਸੰਗਤ ਪਰਮਪਿਤਾ ਪਰਮਾਤਮਾ ਦੀ ਸੱਚਖੰਡ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਅਸੀਂ, ਸਾਡੀਆਂ ਰੂਹਾਂ ਜਿਹੜੀਆਂ ਇਹ ਪਰਮਾਤਮਾ ਦਾ ਨਾਮ ਸਿਮਰਨ ਕਰਦੀਆਂ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ, ਭਾਈ ਫਿਰ ਸਾਡੇ ਸਾਰੇ ਇਸ ਜੀਵਨ ਦੇ ਵਿੱਚ ਰਹਿੰਦੇ ਆ, ਜਿੰਨਾ ਚਿਰ ਅਸੀਂ ਇੱਥੇ ਰਹਿਣਾ ਹੈ, ਸਾਡੇ ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਆ, ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਨੂੰ ਸੌਂਪ ਦਿੰਦੇ ਹਾਂ। ਜਦੋਂ ਅਸੀਂ ਪਰਮਾਤਮਾ ਨੂੰ ਸੌਂਪ ਦਿੱਤਾ, ਆਪਣਾ ਸਾਰਾ ਕੁਝ ਪਰਮਾਤਮਾ ਨੂੰ ਸੌਂਪ ਦਿੱਤਾ, ਉਦੋਂ ਪਰਮਾਤਮਾ ਨੂੰ ਫਿਕਰ ਹੋ ਗਿਆ, ਫਿਰ ਸਾਡੀ ਚਿੰਤਾ ਖਤਮ ਹੋ ਗਈ ਹੈ, ਚਿੰਤਾ ਪਰਮਾਤਮਾ ਨੂੰ ਹੋ ਗਈ ਹੈ। ਭਾਈ ਚਿੰਤਾ ਪਰਮਾਤਮਾ ਨੂੰ ਹੋ ਗਈ ਹੈ ਤੇ ਸਾਡੀ ਚਿੰਤਾ ਫਿਰ ਉਹ ਪਰਮਾਤਮਾ ਕਰਦਾ, ਸਾਰੇ ਹੀ ਕਾਰਜ ਸਾਡੇ ਉਹ ਪਰਮਪਿਤਾ ਪਰਮਾਤਮਾ ਆਪ ਹੀ ਕਰਦਾ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕਈ ਕੀਤੀ ਹੋਈ ਹੈ, ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਬਸ ਵਿਸਾਹ, ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹ। ਫਿਰ ਅਸੀਂ ਆਪਣੀਆਂ ਸਿਆਣਪਾਂ ਜਿਹੜੀਆਂ, ਆਪਣੀਆਂ ਚਤੁਰਾਈਆਂ ਜਿਹੜੀਆਂ, ਆਪਣੀਆਂ ਸਿਆਣਪਾਂ ਨੂੰ, ਚਤੁਰਾਈਆਂ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ 'ਚ ਪਾ ਕੇ ਅਸੀਂ ਪਰਮਾਤਮਾ, ਆਪਣੇ ਆਪ ਨੂੰ, ਆਪਣੀ ਰੂਹ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਾ ਦੇਣਾ ਹੈ, ਚਰਨਾਂ ਦੇ ਵਿੱਚ ਸਮਰਪਿਤ ਕਰ ਦੇਣਾ, ਤੇ ਫਿਰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਸਾਨੂੰ ਹੋ ਜਾਏਗੀ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ। ਤੇ ਫਿਰ ਪਰਮਪਿਤਾ ਪਰਮਾਤਮਾ ਦੇ ਕੋਲ ਬੈਠਿਆ ਹੋਇਆ ਸਾਰੇ ਸੰਸਾਰ ਦੇ ਵਿੱਚ ਹਰ ਬੰਦਾ ਹੀ ਪਰਮਾਤਮਾ ਦਾ ਸਰੂਪ ਦਿਸਣਾ ਹੋ ਜਾਂਦਾ, ਸਭ ਦਾ ਹੀ ਵਿਸਾਹ ਹੋ ਜਾਂਦਾ ਹੈ, ਸਭ ਦੇ ਉੱਤੇ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਉਹ ਸਾਨੂੰ ਦਿਸਦੀ ਹੈ। ਸਾਨੂੰ ਹਰ ਰੂਹ ਦੇ ਵਿੱਚ ਪਰਮਪਿਤਾ ਪਰਮਾਤਮਾ ਦਾ ਸਰੂਪ ਦਿਸਦਾ ਹੈ, ਪਰਮਪਿਤਾ ਪਰਮਾਤਮਾ ਦੀ ਜੋਤ ਦਿਸਣੀ ਸ਼ੁਰੂ ਹੋ ਜਾਂਦੀ ਹੈ ਔਰ ਅਸੀਂ ਸਾਰੇ ਸੰਸਾਰ ਦੇ ਨਾਲ ਪਿਆਰ ਦੀ ਨਿਗਾਹ ਨਾਲ ਵਰਤਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਹਾਂ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਇਹੀ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ, ਭਾਈ ਵਾਹਿਗੁਰੂ ਨਾਮ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾ, ਉਦੋਂ ਜੁਗਤ ਦੇ ਨਾਲ ਕਰਨਾ ਹੈ, ਨਾ ਕਿ ਮਨ ਮੁਖਤਾ ਦੇ ਨਾਲ ਕਰਨਾ ਹੈ, ਮਨ ਦੀ ਮਰਜ਼ੀ ਦੇ ਨਾਲ ਕਰਨਾ ਹੈ, ਆਪਣੇ ਜ਼ੋਰ ਦੇ ਨਾਲ ਇੱਕ ਦੂਜੇ ਤੋਂ ਵੱਧ ਕੇ ਕਰਨਾ ਹੈ। ਇਹ ਸਹਿਜ ਨਹੀਂ ਰਹਿੰਦਾ, ਇਹਦੇ ਵਿੱਚ ਬੇਰਸਾ ਮਨਮੁਖਤਾ, ਬੇਮੁਖਤਾ ਆ ਜਾਂਦੀ ਹੈ। ਗੁਰਮੁਖਤਾ ਆਉਣ ਦੀ ਬਜਾਏ ਬੇਮੁਖਤਾ ਔਰ ਮਨਮੁਖਤਾ ਆ ਜਾਂਦੀ ਹੈ ਔਰ ਫਿਰ ਅਸੀਂ ਬੇਮੁਖ ਹੋ ਕੇ ਗੁਰੂ ਤੋਂ, ਮਤਲਬ ਜਿਹੜਾ ਨਾ, ਭਾਵੇਂ ਨਾਮ ਵੀ ਸਿਮਰਨ ਕਰਦੇ ਹਾਂ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ, ਫਿਰ ਉਹ ਨਾਮ ਸਾਡਾ ਸਿਮਰਨ ਸਫਲ ਨਹੀਂ ਹੁੰਦਾ, ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ।
राम राम करिता सब जग फिरै, राम न पाया जाए। तो इस तरह ਦੇ ਨਾਲ ਭਾਈ ਰਾਮ ਤਾਂ ਹੀ ਪਾਇਆ ਜਾਊਗਾ ਜੇ ਮਨ ਸਤਨਾਮ ਸਦਾ ਸਤਨਾਮ ਜਪਦਾ ਹੋਇਆ ਮਨ ਸੁਖ ਸਹਿਜ ਦੇ ਵਿੱਚ ਇਹ ਨਾਮ ਜਪੇ ਤੇ ਫਿਰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਊਗੀ। ਫਿਰ ਚੇਤੇ ਦੇ ਵਿੱਚ, ਸਾਡੇ ਚੇਤੇ ਦੇ ਵਿੱਚ, ਚਿੱਤ ਦੇ ਵਿੱਚ ਇਹ ਪਰਮਪਿਤਾ ਪਰਮਾਤਮਾ ਵਸ ਜਾਏਗਾ। ਸਾਡੇ ਹਿਰਦੇ ਦੇ ਵਿੱਚ ਜਦੋਂ ਵਸ ਜਾਏਗਾ ਫਿਰ ਪਰਮਪਿਤਾ ਪਰਮਾਤਮਾ ਦਾ ਸੰਗ ਸਾਡੀ ਰੂਹ ਨਾਲ ਹੋ ਜਾਏਗਾ। ਸਾਡੀ ਰੂਹ ਵੀ ਇਹ ਹਿਰਦੇ ਦੀ ਸੇਜ ਦੇ ਉੱਤੇ, ਇੱਕ ਪਲੰਗ ਦੇ ਉੱਤੇ ਹੀ ਰੂਹ ਵੀ ਤੇ ਪਰਮਾਤਮਾ ਵੀ ਬਿਰਾਜਮਾਨ ਹੋ ਜਾਂਦੇ ਆ। ਔਰ ਵਿੱਚ ਜਿਹੜਾ ਮਾਇਆ ਦਾ ਪਰਦਾ ਹੁੰਦਾ ਉਹ ਪਰਮਾਤਮਾ ਦੇ ਨਾਮ ਦੇ ਨਾਲ, ਸਿਮਰਨ ਨਾਲ ਉਹ ਕੱਟਿਆ ਜਾਂਦਾ ਹੈ। ਔਰ ਆਤਮਾ ਔਰ ਪਰਮਾਤਮਾ ਆਮਣੇ ਸਾਹਮਣੇ ਇਸ ਜੀਵਨ ਦੇ ਵਿੱਚ ਹੀ ਸਾਡੇ ਗੁਰਮੁਖ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਵਸਦੇ ਆ, ਆਤਮਾ ਔਰ ਪਰਮਾਤਮਾ। ਔਰ ਫਿਰ ਪਰਮਪਿਤਾ ਪਰਮਾਤਮਾ ਦੇ ਵਿੱਚ ਤੇ ਆਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ, ਦੋਨੇ ਇੱਕ ਰਸ ਹੋ ਜਾਂਦੇ ਆ। ਸੰਤ ਸਾਜਣ ਭਏ ਰਸੇ ਪੂਰੇ ਗੁਰ ਤੇ ਜਾਣੀ। ਸਾਹਿਬ ਸ੍ਰੀ ਗੁਰੂ ਤੀਜੇ ਪਾਤਸ਼ਾਹ ਜੀ ਨੇ ਇਸ ਦਾ ਫਲ ਸਾਨੂੰ ਸਾਰਾ ਦੱਸਿਆ ਹੈ। ਨੱਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਦੁੱਖ ਕਲੇਸ਼ ਜਿਹੜੇ ਆ ਕੱਟੇ ਜਾਂਦੇ ਆ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਭਏ ਰਸੇ। ਫਿਰ ਗੁਰਮੁਖ ਔਰ ਪਿਆਰਾ, ਗੁਰੂ ਔਰ ਗੁਰਮੁਖ ਦੋਨੋਂ ਇੱਕ ਰਸ ਹੋ ਜਾਂਦੇ। ਸੰਤ ਸਾਜਨ ਭਏ ਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਅਸੀਂ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਵੀ ਜਿਹੜੇ ਹੈ ਉਹ ਹਮੇਸ਼ਾ ਲਈ ਫਿਰ ਆਪਣੇ ਜੀਵਨ ਦੇ ਵਿੱਚ ਸਮੇਂ ਮੁਤਾਬਕ ਜਿਸ ਤਰ੍ਹਾਂ ਦੀ ਵੀ ਪਰਿਸਥਿਤੀ ਬਣਦੀ ਹੈ, ਪਰਮਪਿਤਾ ਪਰਮਾਤਮਾ ਦੇ ਰਿਸ਼ਕਾਰੇ ਜਿਹੜੇ ਆ, ਸਾਨੂੰ ਝਲਕਾਰੇ ਜਿਹੜੇ ਆ, ਉਹ ਸਾਡੇ ਇਸ ਖੁੱਲੀਆਂ ਹੋਈਆਂ ਅੱਖਾਂ ਦੇ ਦੁਆਰਾ ਹੀ ਇਸ ਸੰਸਾਰ ਦੇ ਵਿੱਚ ਸਾਨੂੰ ਪ੍ਰਾਪਤ ਹੋ ਜਾਂਦੇ ਆ। ਇਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਪ੍ਰਤੱਖ ਦਰਸ਼ਨ, ਸਾਖਸ਼ਾਤ ਦਰਸ਼ਨ ਹੋ ਜਾਣੇ ਜੋਤ ਸਰੂਪ ਦੇ। ਦਾਸ ਦਾ ਮਿਸ਼ਨ ਹੈ ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ, ਸੇਵਾ ਸਿਮਰਨ ਗੁਰਮਤਿ ਵਿਚਾਰ। ਤੋ ਇਸ ਤਰ੍ਹਾਂ ਦੇ ਨਾਲ ਹੀ ਵਾਹਿਗੁਰੂ ਜੋਤ ਸਰੂਪ ਹੈ, ਉਸ ਦੇ ਸਾਖਸ਼ਾਤ ਦਰਸ਼ਨ ਇਸ ਤਰ੍ਹਾਂ ਹੋ ਜਾਂਦੇ ਆ। ਇਸ ਤਰ੍ਹਾਂ ਸਿਮਰਨ ਕਰੀਏ, ਇਸ ਤਰ੍ਹਾਂ ਨਾਲ ਸੇਵਾ ਕਰੀਏ ਜਿਵੇਂ ਗੁਰੂ ਮੱਤ ਸਾਨੂੰ ਬਖਸ਼ਿਸ਼ ਕਰਦੀ ਹੈ। ਗੁਰੂ ਮੱਤ ਤੇ ਚੱਲ ਕੇ, ਗੁਰੂ ਮੱਤ ਤੋਂ ਜੁਗਤੀ ਲੈ ਕੇ ਜਦੋਂ ਅਸੀਂ ਵਾਹਿਗੁਰੂ ਨਾਮ ਸਿਮਰਨ ਕਰਾਂਗੇ, ਜਾਂ ਰਾਮ ਨਾਮ ਸਿਮਰਨ ਕਰਾਂਗੇ, ਜਾਂ ਕੋਈ ਵੀ ਨਾਮ ਰੱਖ ਲਓ, ਕੋਈ ਇੱਕ ਨਾਮ ਸਾਰੇ ਪਰਮਾਤਮਾ ਦੇ ਇੱਕੋ ਹੈ, ਇੱਕੋ ਹੀ ਚੀਜ਼ ਹੈ, ਇੱਕੋ ਰਸ ਹੈ, ਸਮ ਰਸ ਉਹ ਪਰਮਪਿਤਾ ਪਰਮਾਤਮਾ ਇੱਕੋ ਹੀ ਹੈ। ਇਸ ਦੇ ਇਲਾਵਾ ਉਸ ਦੇ ਨਾਲ ਦਾ ਦੂਜਾ ਕੋਈ ਹੋਰ ਨਹੀਂ ਹੈ। ਉਸ ਦਾ ਨਾਮ ਸਿਮਰਨ ਕਰੀਏ, ਚਾਹੇ ਕੋਈ ਨਾਮ ਰੱਖ ਕੇ, ਕੋਈ ਰਸਤਾ ਲੈ ਕੇ ਅਸੀਂ ਉਸ ਦਾ ਨਾਮ ਸਿਮਰਨ ਕਰ ਲਈਏ, ਉਹ ਸਾਨੂੰ ਪ੍ਰਾਪਤ ਹੋ ਜਾਏਗਾ। ਤੋ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸਾਧ ਸੰਗਤ ਜੀ ਸ਼ਮਾ ਦਾ ਜਾਚਕ ਹੈ। ਗੁਰਬਾਣੀ ਦਾ ਵਿਚਾਰ ਜਿਹੜਾ ਹੈ, ਪਰਮਾਤਮਾ ਦਾ ਪਰ ਵਿਚਾਰ ਜਿਹੜਾ ਹੈ, ਪਰਮਾਤਮਾ ਦੀ ਜੋਤ ਦਾ, ਪਰਮਾਤਮਾ ਦੇ ਸ਼ਬਦ ਦਾ ਵਿਚਾਰ ਜਿਹੜਾ ਹੈ, ਇਹ ਬਹੁਤ ਗਹਿਰਾ ਹੈ। ਇਹ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ, ਪਰ ਜੇ ਗੁਰਮੁਖ ਪਿਆਰਿਆਂ ਦਾ ਕਿਤੇ ਪਰਮਾਤਮਾ ਨਾਲ ਜੋੜ ਹੋ ਜਾਵੇ ਤੇ ਫਿਰ ਜਿਵੇਂ ਪਰਮਪਿਤਾ ਪਰਮਾਤਮਾ ਉਹਨਾਂ ਨੂੰ ਬੁਲਾਉਂਦਾ ਹੈ ਉਹ ਉਵੇਂ ਬੋਲਦੇ ਆ, ਜਿਵੇਂ ਉਹ ਪਰਮਪਿਤਾ ਪਰਮਾਤਮਾ ਉਹਨਾਂ ਨੂੰ ਜਨਾਉਂਦਾ ਹੈ ਉਹ ਉਵੇਂ ਜਾਣ ਕੇ ਅੱਗੇ ਸੰਗਤਾਂ ਨੂੰ ਸਮਝਾ ਦਿੰਦੇ ਆ। ਜਿਸ ਨੂੰ ਤੂੰ ਜਨਾਇਆ ਹੈ ਸੋਈ ਜਨ ਜਾਣਾ ਹੈ, ਗੁਰਮੁਖ ਸਦ ਹੀ ਆਖ ਵਖਾਣਾ। ਤੋ ਇਸ ਤਰ੍ਹਾਂ ਦੇ ਨਾਲ ਮਤਲਬ ਗੁਰਮੁਖ ਪਿਆਰੇ ਜਿਹੜੇ ਆ ਨਾ, ਫਿਰ ਉਹ ਪਰਮਪਿਤਾ ਪਰਮਾਤਮਾ ਤੋਂ, ਪਰਮਾਤਮਾ ਨੂੰ ਜਾਣ ਕੇ, ਸਾਡੇ ਜ਼ੋਰ ਨਾਲ ਨਹੀਂ ਅਸੀਂ ਜਾਣ, ਪਰਮਾਤਮਾ ਨੇ ਸਾਨੂੰ ਜਨਾਉਣਾ ਹੈ। ਪਰਮਾਤਮਾ ਤੋਂ ਜਾਣ ਕੇ ਅਸੀਂ ਤੁਹਾਨੂੰ ਪਰਮਾਤਮਾ ਦੇ ਵਿਖਿਆਨ ਬਾਰੇ ਵਿਚਾਰ ਕਰਕੇ ਤੁਹਾਨੂੰ ਸੰਗਤਾਂ ਨਾਲ ਗੁਰਮਤਿ ਦਾ ਰਸਤਾ ਪ੍ਰਗਟ ਕਰਦੇ ਹਾਂ। ਔਰ ਇਸ ਤਰ੍ਹਾਂ ਦੇ ਨਾਲ ਫਿਰ ਤੁਹਾਨੂੰ ਵੀ ਪਰਮਪਿਤਾ ਪਰਮਾਤਮਾ ਦਾ ਰੰਗ ਲੱਗ ਜਾਂਦਾ ਹੈ, ਔਰ ਜਿਸ ਰੰਗ ਦੇ ਲੱਗਣ ਦੇ ਸਦਕਾ ਇਹ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਤੁਹਾਨੂੰ ਵੀ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਭੁੱਲਾਂ ਚੁੱਕਾਂ ਲਈ ਮਾਫੀ, ਵਾਹਿਗੁਰੂ ਗੁਰੂ ਸੰਗਤ ਮਾਫ ਕਰਨ ਯੋਗ ਹੈ, ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।